ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਚੈਪਟਰ ਨੰਬਰ 2 ਦਾ ਬਾਇਓਲੋਜੀ ਦਾ 2.4 ਟੌਪਿਕ ਨੰਬਰ ਸੈਲਸ ਹਾਊ ਨਿਊਮਰਸ। ਕੱਲ੍ਹ ਆਪਾਂ ਕਰਿਆ ਸੀ ਜਸਟ ਓਵਰਵਿਊ ਫॉर ਸੈਲ ਐਂਡ ਇਨਵੈਂਸ਼ਨ ਆਫ ਮਾਈਕਰੋਸਕੋਪਸ ਐਂਡ ਡਿਸਕਵਰੀਜ਼ ਆਫ ਸੈਲ ਐਂਡ ਸੈਲ ਥਿਊਰੀ। ਅੱਜ ਆਪਣਾ ਨੈਕਸਟ ਟੌਪਿਕ ਹੈ ਸੈਲਸ ਹਾਊ ਨਿਊਮਰਸ ਮੀਨਸ ਨੰਬਰ ਆਫ ਸੈਲਸ। ਇਹਦੇ ਵਿੱਚ ਇਹ ਮੇਨ ਚੀਜ਼ ਹੈ ਲਾਰਜਰ ਐਨ ਔਰਗੈਨਿਜ਼ਮ ਗ੍ਰੇਟਰ ਦ ਨੰਬਰ ਆਫ ਸੈਲਸ ਇਨ ਇਟਸ ਬੋਡੀ। ਮੀਨਸ ਜਿੰਨੀ ਬੋਡੀ ਦਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਓਨੀ ਜ਼ਿਆਦਾ ਸੈਲਸ ਦਾ ਨੰਬਰ ਹੋਏਗਾ ਸਾਡੀ ਬੋਡੀ ਦੇ ਵਿੱਚ। ਜਿੰਨੇ ਜ਼ਿਆਦਾ ਸਾਡੇ ਅੰਦਰ ਬੋਡੀ ਦਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਓਨੇ ਜ਼ਿਆਦਾ ਸੈਲਸ ਦਾ ਨੰਬਰ ਹੋਏਗਾ। ਇਹਦੇ ਵਿੱਚ ਅਲੱਗ-ਅਲੱਗ ਟਾਈਪਸ ਨੇ ਅੱਗੇ। ਫਸਟ ਹੈ ਸਿੰਗਲ ਸੈਲਡ। ਮੈਨੀ ਸਮਾਲ ਪਲਾਂਟਸ ਐਂਡ ਐਨੀਮਲਸ ਆਰ ਮੇਡ ਅਪ ਆਫ ਜਸਟ ਵਨ ਸਿੰਗਲ ਸੈਲ। ਜਿਹੜੇ ਬਹੁਤ ਸਿੰਪਲਰ ਔਰਗੈਨਿਜ਼ਮਸ ਹੁੰਦੇ ਨੇ ਲਾਈਕ ਬੈਕਟੀਰੀਆ, ਯੀਸਟ ਐਂਡ ਅਮੀਬਾ। ਇਹਨਾਂ ਦੇ ਵਿੱਚ ਕੀ ਹੈ ਜਸਟ ਇੱਕ ਸਿੰਗਲ ਸੈੱਲ ਹੁੰਦਾ ਹੈ। ਇਹਨਾਂ ਦੀ ਬੋਡੀ ਇੱਕ ਸਿੰਗਲ ਸੈੱਲ ਤੋਂ ਬਣੀ ਹੁੰਦੀ ਹੈ। ਨੈਕਸਟ ਟਾਈਪ ਕੀ ਹੈ ਫਿਊ ਸੈਲਡ। ਫਿਊ ਸੈਲਡ ਟਾਈਪ ਦੇ ਵਿੱਚ ਕੀ ਹੈ ਜਿਹੜੇ ਪਲਾਂਟਸ ਐਂਡ ਐਨੀਮਲਸ ਮੇਡ ਅਪ ਆਫ ਰੈਲੇਟਿਵਲੀ ਫਿਊ ਸੈਲਸ, ਮਤਲਬ ਸਿੰਗਲ ਸੈੱਲ ਨਹੀਂ ਬਟ ਬਹੁਤ ਥੋੜ੍ਹੇ ਸੈਲਸ ਤੋਂ ਜਿਨ੍ਹਾਂ ਦੀ ਬੋਡੀ ਬਿਲਡਅਪ ਹੋਈ ਹੁੰਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਫਿਊ ਸੈਲਡ ਔਰਗੈਨਿਜ਼ਮਸ। ਲਾਈਕ ਇਹਨਾਂ ਦੇ ਵਿੱਚ ਫੋਰ ਐਗਜ਼ਾਮਪਲ 100 to few thousand ਸੈਲਸ ਹੁੰਦੇ ਨੇ। ਜਸਟ ਮਿਲੀਅਨ ਟ੍ਰਿਲੀਅਨ ਸੈਲਸ ਨਹੀਂ ਆਪਾਂ ਕਹਿ ਸਕਦੇ, ਜਸਟ 100 to few thousands। ਇਹਨਾਂ ਦੀਆਂ ਮੇਨ ਐਗਜ਼ਾਮਪਲਸ ਨੇ ਸਪਾਇਰੋਗਾਇਰਾ ਐਂਡ ਵੋਲਵੈਕਸ। ਨੈਕਸਟ ਕੀ ਹੈ ਸਭ ਤੋਂ ਕੰਪਲੀਕੇਟਡ ਟਾਈਪ ਕਿਹੜੀ ਹੈ ਮਲਟੀ ਸੈਲਡ। ਮਲਟੀ ਸੈਲਡ ਦੇ ਵਿੱਚ ਕੀ ਹੈ ਮੋਸਟ ਪਲਾਂਟਸ ਐਂਡ ਐਨੀਮਲਸ ਵੀ ਸੀ ਅਰਾਊਂਡ us including our cells are made up of millions and billions of cells। ਬਹੁਤ ਸਾਰੇ ਪਲਾਂਟਸ ਜਾਂ ਐਨੀਮਲਸ ਜਿਹੜੇ ਅਸੀਂ ਆਪਣੇ ਸਰਾਊਂਡਿੰਗਸ 'ਚ ਦੇਖਦੇ ਹਾਂ, ਸਾਨੂੰ ਖੁਦ ਨੂੰ ਹਿਊਮਨ ਬੀਇੰਗਸ ਨੂੰ ਇਨਕਲੂਡ ਕਰਕੇ ਇਹ ਜਿਹੜੇ ਸਾਰੇ ਹਿਊਮਨ ਬੀਇੰਗਸ ਨੇ, ਪਲਾਂਟਸ ਨੇ ਜਾਂ ਐਨੀਮਲਸ ਨੇ ਜਿਹੜੇ ਬਹੁਤ ਸਾਰੇ ਕੰਪਲੀਕੇਟਡ ਸਟਰਕਚਰਸ ਨੇ, ਉਹਨਾਂ ਦੇ ਵਿੱਚ ਕੀ ਆ ਮਿਲੀਅਨਸ ਟ੍ਰਿਲੀਅਨਸ ਆਫ ਸੈਲਸ ਹੁੰਦੇ ਨੇ। ਲਾਈਕ ਇਹਨਾਂ ਦੀਆਂ ਮੇਨ ਐਗਜ਼ਾਮਪਲਸ ਕੀ ਨੇ ਹਿਊਮਨ ਬੀਇੰਗ ਐਂਡ ਮੈਂਗੋ। ਹਿਊਮਨ ਬੀਇੰਗਸ ਦੇ ਵਿੱਚ ਜਿੱਦਾਂ ਆਪਾਂ ਦੇਖ ਸਕਦੇ ਹਾਂ ਕਿ ਇੱਕ ਤਾਂ ਯੂਨੀਸੈਲੂਲਰ ਹੁੰਦੇ ਨੇ ਜਿਹੜੇ ਆਪਾਂ ਬੈਕਟੀਰੀਆ, ਅਮੀਬਾ, ਯੀਸਟ ਵਗੈਰਾ ਕਰਿਆ। ਹਿਊਮਨ ਬੀਇੰਗਸ ਜਿਹੜੇ ਨੇ ਮਲਟੀ ਸੈਲੂਲਰ ਨੇ, ਸੋ ਇਹਨਾਂ ਦੇ ਵਿੱਚ ਬਹੁਤ ਸਾਰੇ ਮਿਲੀਅਨ, ਬਿਲੀਅਨਸ, ਟ੍ਰਿਲੀਅਨਸ ਆਫ ਸੈਲਸ ਹੁੰਦੇ ਨੇ। ਅੱਗੇ ਆਪਾਂ ਨੈਕਸਟ ਪੜ੍ਹਦੇ ਹਾਂ ਐਨ ਐਵਰੇਜ ਸਾਈਜ਼ਡ ਐਡਲਟ ਹਿਊਮਨ ਕੰਸਟੀਟਿਊਟਸ ਅਪਰੋਕਸੀਮੇਟਲੀ ਫੋਲੋਇੰਗ ਥਿੰਗਸ। ਫਸਟ ਕੀ ਹੈ ਥਾਊਜ਼ੈਂਡਸ ਮਿਲੀਅਨ ਸੈਲਸ ਇਨ ਆਰ ਹੋਲ ਬੋਡੀ। ਸਾਡੀ ਪੂਰੀ ਬੋਡੀ ਦੇ ਵਿੱਚ ਬਹੁਤ ਸਾਰੇ ਅਨਕਾਊਂਟੇਬਲ ਸੈਲਸ ਹੁੰਦੇ ਨੇ ਜਿਹੜੇ ਕਿ ਡਾਈ ਕਰਦੇ ਰਹਿੰਦੇ ਨੇ, ਰਿਪਲੇਸ ਕਰਦੇ ਰਹਿੰਦੇ ਨੇ, ਨਿਊ ਬਿਲਡਅਪ ਹੁੰਦੇ ਰਹਿੰਦੇ ਨੇ। ਸੋ ਇਹ ਪ੍ਰੋਸੈਸ ਚੱਲਦਾ ਰਹਿੰਦਾ ਸੋ ਔਨ। ਨੈਕਸਟ ਕੀ ਹੈ 10,000 ਮਿਲੀਅਨ ਨਰਵ ਸੈਲਸ ਇਨ ਦਾ ਬ੍ਰੇਨ ਕਾਰਟੈਕਸ। ਸਾਡੇ ਬ੍ਰੇਨ ਦੇ ਕਾਰਟੈਕਸ ਦੇ ਵਿੱਚ ਬ੍ਰੇਨ ਦੇ ਦੋ ਏਰੀਆਜ਼ ਹੁੰਦੇ ਨੇ, ਇੱਕ ਮੈਡਿਊਲਾ, ਇੱਕ ਕਾਰਟੈਕਸ। ਬ੍ਰੇਨ ਦੀ ਕਾਰਟੈਕਸ ਦੇ ਵਿੱਚ ਜਿਹੜੇ ਨਰਵ ਸੈਲਸ ਨੇ ਉਹ 10,000 ਮਿਲੀਅਨਸ ਹੁੰਦੇ ਨੇ। ਥਰਡ ਕੀ ਹੈ 5.6 ਮਿਲੀਅਨ ਰੈਡ ਬਲੱਡ ਸੈਲਸ ਐਂਡ 7,000 ਵਾਈਟ ਬਲੱਡ ਸੈਲਸ ਪਰ ਕਿਊਬਿਕ mm ਆਫ ਬਲੱਡ, ਮਿਲੀਮੀਟਰ ਆਫ ਬਲੱਡ। ਸਾਡੇ 1 ਮਿਲੀਮੀਟਰ ਆਫ ਬਲੱਡ ਦੇ ਵਿੱਚ 5 to 6 RBCs ਐਂਡ 5 to 6 ਮਿਲੀਅਨ RBCs ਐਂਡ 7,000 WBCs ਹੁੰਦੇ ਨੇ। ਮਤਲਬ ਇਹਨਾਂ ਦਾ ਮੀਨਿੰਗ ਕੀ ਹੈ ਕਿ ਸਾਡੇ ਸਾਰੇ ਸੈਲਸ ਦੀ ਅਲੱਗ-ਅਲੱਗ ਔਰਗਨਸ ਦੇ ਵਿੱਚ ਰੇਸ਼ੋ ਵੀ ਅਲੱਗ ਹੈ। ਜਿੱਦਾਂ ਕਿ ਔਰਗੈਨਿਜ਼ਮਸ ਦੇ ਵਿੱਚ ਵੀ ਵੇਰੀ ਕਰਦੇ ਸੈਲਸ ਦੀ ਨੰਬਰ, ਸੇਮ ਵੇ ਦੇ ਵਿੱਚ ਸਾਡੇ ਹਿਊਮਨ ਬੀਇੰਗ ਦੇ ਅੰਦਰ ਜਿਹੜੇ ਬੋਡੀ ਦੇ ਅਲੱਗ-ਅਲੱਗ ਪਾਰਟਸ ਨੇ, ਔਰਗਨਸ ਨੇ, ਉਹਨਾਂ ਦੇ ਵਿੱਚ ਵੀ ਸੈਲਸ ਦਾ ਨੰਬਰ ਬਹੁਤ ਵੇਰੀ ਕਰਦਾ ਹੈ। ਸੋ ਨੈਕਸਟ ਟੌਪਿਕ ਸਾਡਾ 2.5 ਟੌਪਿਕ ਨੰਬਰ ਸੈਲਸ ਹਾਊ ਸਮਾਲ। ਸੈਲਸ ਕਿੰਨੇ ਕੁ ਛੋਟੇ ਨੇ, ਕਿਹੜੇ ਟਾਈਪ ਦੇ, ਕਿੰਨੇ ਸਾਈਜ਼ ਦੇ ਸੈਲਸ ਨੇ, ਕਿੰਨੀ ਉਹਨਾਂ ਦੀ ਲੈਂਥ ਹੈ, ਉਹਦੇ ਅਕੋਰਡਿੰਗ ਅਲੱਗ-ਅਲੱਗ ਉਹਨਾਂ ਨੂੰ ਕੈਟੇਗਰਾਈਜ਼ ਕਰਿਆ ਹੋਇਆ। ਫਸਟ ਕੀ ਹੈ ਸੈਲਸ ਆਰ ਵੈਰੀ ਸਮਾਲ ਐਂਡ ਆਰ ਸੀਨ ਓਨਲੀ ਵਿਦ ਦ ਹੈਲਪ ਆਫ ਮਾਈਕਰੋਸਕੋਪ। ਐਜ਼ ਆਲਰੇਡੀ ਵੀ ਨੋ, ਆਪਾਂ ਕੱਲ੍ਹ ਟੌਪਿਕ ਕਰਿਆ ਸੀ ਲਾਸਟ ਮਾਈਕਰੋਸਕੋਪਿਕ ਸਟਰਕਚਰਸ ਦੇ ਬਾਰੇ 'ਚ ਕਿ ਸੈੱਲ ਨੂੰ ਅਸੀਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਸਿਰਫ ਮਾਈਕਰੋਸਕੋਪ ਦੀ ਹੈਲਪ ਦੇ ਨਾਲ ਹੀ ਦੇਖ ਸਕਦੇ ਹਾਂ। ਸਭ ਤੋਂ ਫਸਟ ਕੀ ਹੈ ਸਮੋਲੈਸਟ ਸੈਲਸ। ਸਭ ਤੋਂ ਸਮੋਲੈਸਟ ਸੈਲਸ ਕਿਹੜੇ ਨੇ ਬੈਕਟੀਰੀਆ। ਇਹਨਾਂ ਦੀ ਕਿੰਨਾ ਥਿਕਨੈਸ ਹੁੰਦੀ ਹੈ 0.3 to 5 mm ਮਾਈਕਰੋਮੀਟਰ, ਬਹੁਤ ਮਾਈਨਿਊਟ ਹੁੰਦੇ ਨੇ, ਨੇਕਡ ਆਈ ਨਾਲ ਅਸੀਂ ਨਹੀਂ ਦੇਖ ਸਕਦੇ। ਨੈਕਸਟ ਕੀ ਹੈ RBCs। ਸਾਡੀ ਬੋਡੀ ਦੇ ਅੰਦਰ ਜਿਹੜੇ RBCs ਨੇ ਬਲੱਡ ਦੇ ਅੰਦਰ ਰੈੱਡ ਬਲੱਡ ਸੈਲਸ ਨੇ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਬਲੱਡ ਦਾ ਕਲਰ ਰੈੱਡ ਹੁੰਦਾ ਹੈ, ਉਹ ਵਾਲੇ ਸੈਲਸ ਸਿਰਫ 7 ਮਾਈਕਰੋਮੀਟਰ ਹੁੰਦੇ ਨੇ ਹਿਊਮਨ ਬੋਡੀ ਦੇ ਵਿੱਚ। ਹੋਰ ਵੀ ਬਹੁਤ ਸਾਰੇ ਸੈਲਸ ਨੇ ਐਕਸੈਕਟਰਾ ਜਿਹੜੇ ਕਿ ਬਹੁਤ ਸਾਰੇ ਸਮੋਲ ਨੇ।
ਨੈਕਸਟ ਕੀ ਟਾਈਪ ਹੈ ਲੌਂਗੈਸਟ ਸੈਲਸ। ਇਹ ਸਭ ਤੋਂ ਸਮੋਲੈਸਟ ਕਰੇ ਸੀ ਆਪਾਂ, ਸਭ ਤੋਂ ਛੋਟੇ ਸੈਲਸ ਨੇ, ਹੁਣ ਜਿਹੜੇ ਸਭ ਤੋਂ ਲੈਂਥ ਦੇ ਵਿੱਚ ਲੌਂਗ ਨੇ। ਲੌਂਗੈਸਟ ਸੈਲਸ ਆਰ ਦਾ ਨਰਵ ਸੈਲਸ। ਜਿਹੜੇ ਸਾਡੇ ਨਿਊਰੋਨਸ ਨੇ ਨਾ, ਨਰਵ ਸੈਲਸ ਜਿਨ੍ਹਾਂ ਨੂੰ ਨਿਊਰੋਨਸ ਬੋਲਦੇ ਆ, ਉਹ ਕੀ ਆ ਸਭ ਤੋਂ ਲੌਂਗੈਸਟ ਨੇ ਸਾਡੀ ਬੋਡੀ ਦੇ ਵਿੱਚ, ਇੰਟਾਇਰ ਬੋਡੀ ਦੇ ਵਿੱਚ। ਇਮੈਜਿਨ ਅ ਨਰਵ ਸੈਲ ਐਕਸਟੈਂਡਿੰਗ ਫਰੋਮ ਯੋਰ ਫਿੰਗਰ ਟਿਪ ਟੂ ਦ ਸਪਾਈਨਲ ਕੌਰਡ ਇਨਸਾਈਡ ਯੋਰ ਬੈਕਬੋਨ। ਇਮੈਜਿਨ ਕਰਕੇ ਦੇਖੀਏ, ਅਗਰ ਸਾਡੀ ਬੈਕਬੋਨ ਪੂਰੀ ਪਿੱਛੇ ਹੈ ਬੋਡੀ ਦੇ ਲਾਸਟ ਦੇ ਵਿੱਚ, ਬੈਕ ਦੇ ਉੱਤੇ, ਤੇ ਜਿਹੜੀ ਫਿੰਗਰ ਟਿਪ ਹੈ ਉਹ ਤੋਂ ਕਿੰਨੀ ਜ਼ਿਆਦਾ ਦੂਰ ਹੈ, ਇੰਨੇ ਜ਼ਿਆਦਾ ਲੌਂਗ ਵੀ ਹੋ ਸਕਦੇ ਨੇ ਨਰਵ ਸੈਲਸ। ਇਸ ਕਰਕੇ ਪੂਰੀ ਬੋਡੀ ਦੇ ਵਿੱਚ ਸਭ ਤੋਂ ਲੌਂਗੈਸਟ ਸੈਲਸ ਨਰਵ ਸੈਲਸ ਨੂੰ ਹੀ ਕਿਹਾ ਗਿਆ। ਨੈਕਸਟ ਕੀ ਹੈ ਲਾਰਜੈਸਟ ਸੈਲਸ। ਲਾਰਜੈਸਟ ਸੈਲਸ ਲਾਈਕ ਮਤਲਬ ਸੈਲ ਸਾਈਜ਼ ਦੇ ਅਕੋਰਡਿੰਗ ਸਭ ਤੋਂ ਜ਼ਿਆਦਾ ਵੱਡੇ ਸੈਲਸ ਕਿਹੜੇ ਨੇ। ਇਹ ਸੀ ਲੈਂਥ ਦੇ ਵਿੱਚ ਸਭ ਤੋਂ ਲੰਬੇ ਸੈਲਸ ਨਰਵ ਸੈਲਸ, ਲੌਂਗੈਸਟ ਸੈਲਸ। ਹੁਣ ਆਪਾਂ ਸਾਈਜ਼ ਦੇ ਵਿੱਚ ਪੜਾਂਗੇ ਸਭ ਤੋਂ ਲੰਬੇ ਸੈਲਸ ਕਿਹੜੇ ਨੇ। ਲਾਰਜੈਸਟ ਸੈਲਸ ਆਰ ਦਾ ਬਰਡਸ ਐਗ, ਐਕਚੁਅਲੀ ਦਾ ਸੈਂਟਰਲ ਯੈਲੋ ਸਫੀਅਰ। ਜਿਹੜਾ ਬਰਡਸ ਦੇ ਐਗ ਦੇ ਅੰਦਰ ਸੈਂਟਰਲ ਯੈਲੋ ਪੋਰਸ਼ਨ ਹੁੰਦਾ ਹੈ ਉਹਨੂੰ ਕੀ ਆ ਲਾਰਜੈਸਟ ਸੈਲ ਬੋਲਦੇ ਆ। ਜਿਵੇਂ ਕਿ ਆਸਟ੍ਰਿਚ ਐਗ ਬਿਫੋਰ ਡਿਵੈਲਪਮੈਂਟ, ਜਦੋਂ ਡਿਵੈਲਪਮੈਂਟ ਆਸਟ੍ਰਿਚ ਦੇ ਐਗ ਦੇ ਅੰਦਰ ਸਟਾਰਟ ਹੋਣੀ ਸ਼ੁਰੂ ਹੁੰਦੀ ਹੈ, ਉਹਦੇ ਤੋਂ ਪਹਿਲਾਂ ਜਿਹੜਾ ਉਹਦੇ ਅੰਦਰ ਯੈਲੋ ਪੋਰਸ਼ਨ ਹੁੰਦਾ ਹੈ ਦੈਟ ਇਜ਼ ਅ ਸਿੰਗਲ ਸੈਲ ਐਂਡ ਦੈਟ ਵਨ ਇਜ਼ ਦ ਲਾਰਜੈਸਟ ਸੈਲ among all other types. In the largest cell of the living world to date. ਆਸਟ੍ਰਿਚ ਦਾ ਜਿਹੜਾ ਐਗ ਹੁੰਦਾ ਬਹੁਤ ਵੱਡਾ, ਜਿਵੇਂ ਕਿ ਸਾਨੂੰ ਪਤਾ ਆਸਟ੍ਰਿਚ ਦਾ ਐਗ ਸਾਈਜ਼ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ। ਉਹਦੇ ਅੰਦਰ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹਦੇ ਨਿਊ ਯੰਗ ਵਨ ਦੀ, ਉਹਦੇ ਵਿੱਚ ਕੀ ਆ ਡਿਵੈਲਪਮੈਂਟ ਤੋਂ ਪਹਿਲਾਂ ਜਿਹੜਾ ਅੰਦਰ ਯੈਲੋ ਯੋਕ ਹੁੰਦਾ ਉਹ ਕੀ ਹੈ ਇੱਕ ਸਿੰਗਲ ਸੈੱਲ ਹੈ, ਦੈਟ ਇਜ਼ ਲਾਰਜੈਸਟ ਸੈੱਲ ਇਨ ਸਾਈਜ਼। ਵਾਈਟ ਐਲਬਿਊਮਨ ਆਫ ਦਾ ਐਗ, ਜਿਹੜੇ ਐਗ ਦੇ ਵਿੱਚ ਵਾਈਟ ਐਲਬਿਊਮਨ ਹੁੰਦਾ ਹੈ, ਜਿਹੜਾ ਵਾਈਟ ਪੋਰਸ਼ਨ ਆਫ ਐਗ ਹੁੰਦਾ ਜਿਹੜਾ ਜ਼ਿਆਦਾ ਪ੍ਰੋਟੀਨੀਸ਼ੀਅਸ ਹੁੰਦਾ, ਐਂਡ ਐਗ ਸ਼ੈਲਸ ਆਰ ਐਕਸਟਰਾ ਪਾਰਟਸ ਐਡਡ ਟੂ ਦਾ ਐਕਚੁਅਲ ਐਗ ਐਜ਼ ਇਟ ਪਾਸਿਸ ਡਾਊਨ ਦਾ ਰੀਪਰੋਡਕਟਿਵ ਟਰੈਕਟ। ਇਹ ਜਸਟ ਕੀ ਹੈ ਵਾਈਟ ਐਲਬਿਊਮਨ ਐਂਡ ਜਿਹੜਾ ਉਹਦੇ ਬਾਹਰ ਕਵਰਿੰਗ ਉਹਦੀ ਸ਼ੈਲ ਹੁੰਦੀ ਹੈ, ਜਸਟ ਇੱਕ ਉਹਦੀ ਪ੍ਰੋਟੈਕਸ਼ਨ ਦੇ ਲਈ ਉਹਨੂੰ ਬਾਹਰੋਂ ਕਵਰ ਕੀਤਾ ਹੁੰਦਾ ਕਿ ਰੀਪਰੋਡਕਟਿਵ ਟਰੈਕਟ ਦੇ ਵਿੱਚ ਉਹਨੂੰ ਪਾਸ ਔਨ ਹੋ ਸਕੇ, ਜਿਹੜਾ ਮੇਨ ਅੰਦਰ ਯੈਲੋ ਪੋਰਸ਼ਨ ਹੈ। ਨੈਕਸਟ ਕੀ ਹੈ ਸਮੋਲਨੈਸ ਆਫ ਸੈਲ। ਨੈਕਸਟ ਟੌਪਿਕ ਅ ਗ੍ਰੇਟਰ ਐਫੀਸ਼ੀਐਂਸੀ। ਬਹੁਤ ਇੰਟਰਸਟਿੰਗ ਐਂਡ ਡਿਫਰੈਂਟ ਟੌਪਿਕ ਹੈ, ਜਿਹਨੂੰ ਆਪਾਂ ਬੜੇ ਇੰਟਰਸਟਿੰਗ ਵੇ ਦੇ ਨਾਲ ਸਮਝ ਸਕਦੇ ਹਾਂ। ਸਮੋਲਨੈਸ ਆਫ ਸੈਲ ਮੀਨਸ ਇਹਦੇ ਵਿੱਚ ਇਹਦੀ ਮੇਨਲੀ ਇੱਕੋ ਚੀਜ਼ ਬਾਰੇ ਗੱਲ ਕੀਤੀ ਜਾਏਗੀ, ਸਰਫੇਸ ਏਰੀਆ। cells generally remain small in size and that is so for two main reasons. cells ਕੀ ਹੈ ਮੇਨਲੀ ਕੀ ਹੈ ਬਹੁਤ ਸਾਰੇ ਸਾਈਜ਼ ਦੇ ਵਿੱਚ ਛੋਟੇ ਹੁੰਦੇ ਨੇ, ਇਹਨਾਂ ਦੇ ਮੇਨ ਟੂ ਰੀਜ਼ਨਸ ਹੀ ਹੋ ਸਕਦੇ ਆ। ਡਿਫਰੈਂਟ ਰੀਜਨਸ ਆਫ ਅ ਸੈਲ ਕੈਨ ਕਮਿਊਨੀਕੇਟ ਵਿਦ ਈਚ ਅਦਰ ਰੈਪਿਡਲੀ ਫॉर द सेल फंक्शन इफेक्टिवली। डिफरेंट रीजनस एक सैल के अलग अलग डिफरेंट रीजनस होंगे हैं कि एक दूसरे नाल वो की कम्यूनीकेट कर सकन बहुत फास्ट, कि सैल के जोड़े सारे फंक्शनस आ इफेक्टिवली हो सकन। इस करके सैल्स की जी साइज़ बहुत माइन्यूट होंगे, बहुत स्मॉल साइज़ होंगे। नैक्सट रीजन इहदा की है बहुत इंपॉर्टेंट रीजन है वाला, सैल्स हैव अ लार्ज सरफेस एरिया। ग्रेटर एफिशिएंसी सैल्स की क्यों होंगी है, क्यों इन्ना ज़्यादा वर्क करते हैं सैल्स, क्योंकि उन्होंने सरफेस एरिया बहुत ज़्यादा होंगे है। वॉल्यूम रेशो फॉर ग्रेटर डिफ्यूजन ऑफ सबसटेंसेस इन एंड आउट ऑफ द सैल। डिफ्यूजन जिमें कि सानू पता है ट्रांसफर ऑफ सल्यूट पार्टिकल्स फ्रॉम लोअर कंसनट्रेशन फ्रॉम हायर कंसनट्रेशन टू लोअर कंसनट्रेशन। सो सेम वे दे विच की है सेम वे दे विच अगर आप देखिए कि सैल्स का जोड़ा सरफेस एरिया बहुत ज़्यादा होंदा है तो वो वजह के करके उन्होंने डिफ्यूजन बहुत ज़्यादा होंगी है सबसटेंसिस की इन एंड आउट ऑफ द सैल। सैल के अंदर भी डिफ्यूजन जो होंगी है तो आउटवर्ड भी मूवमेंट होंगी है। नैक्सट की है इस टॉपिक नू अंडरस्टैंड करने के लिए उन्होंने एक एग्जाम्पल दी है सानू। To understand this second advantage about the surface area ratio, imagine a cube with each of its size measuring 2 mm. इमेजिन करते हैं आप कि साडे कोल एक क्यूब है, उहदी हर एक साइड की मेजरमेंट 2 mm है, तो टोटल सरफेस एरिया ऑफ दिस क्यूब विल बी 2 mm इंटू 2 mm इंटू 6 surfaces is equals to 24 square mm। मीनस
एक अगर आपां एक बॉक्स दी सरफेस एरिया सिर्फ इन्ना आ रहा 24 स्क्वायर mm, अगर उहदे विच आपां छोटे छोटे पीसिस नूं 8 पीसिस नूं अलग अलग कट कर लीए तां हर एक दा की आ सरफेस एरिया अलग अलग आएगा। मीनस साडे कोल एक दा सरफेस एरिया इन्ना आ जाएगा अगर असी इहदे विच्चों ही कट करके पीसिस कढ लीए। सो इस तरीके नाल कहंदे आ कि सैल्स जिहड़े आ बहुत समॉल हुंदे ने। समॉल क्यों हुंदे ने कि जिन्ने समॉल होणगे नाल दे नाल एडजेसेंट एरिया दे विच अटैच हुंदे जाणगे, डिफ्यूजन दा प्रोसैस उन्ना ज़्यादा स्ट्रोंग होएगा, उन्नी जल्दी ट्रांसफ्यूजन होएगी सोल्यूट एंड सॉल्वेंट्स दी। इस करके उन्हां दी की है एफिशिएंसी भी होर ज़्यादा ग्रेटर हो जाएगी अगर उन्हां दा सरफेस एरिया जिन्ना ज़्यादा होएगा। नैक्सट की है स्मॉल साइज ऑफ सैल्स प्रेजेंट अ लार्जर सरफेस एरिया। एक और उन्होंने वे दे नाल समझाया होया कि लार्ज सरफेस एरिया रिलेटिव टू वॉल्यूम ऑफ द सैल इंश्योर्स ग्रेटर डिफ्यूजन। जिन्ना ज़्यादा सरफेस एरिया होएगा, ऑलरेडी मैं तुहानूं समझाया कि जिन्नी ज़्यादा सरफेस एरिया होएगा उन्ना ही रिलेटिव टू वॉल्यूम ऑफ द सैल इंश्योर्स ग्रेटर डिफ्यूजन। सैल दे अंदर होने वाली डिफ्यूजन का रेट भी उन्ना ज़्यादा होएगा। डिफ्यूजन केदी हुंदी है सैल्स दे विच? न्यूट्रेंट्स दी भी डिफ्यूजन सैल दे अंदर ज़्यादा होएगी। मैटाबॉलिक वेस्ट फ्रॉम इंटीरियर टू द आउटसाइड ऑफ द सैल्स जिमें कि सानू पता है मैटाबॉलिक एक्टिविटीज़ सैल्स दे विच बहुत ज़्यादा होंदियां ने। सो मैटाबॉलिज्म तो बाद जिन्ना भी उन्होंने वर्क करना, जो चीज़ां उन्होंने यूटिलाइज़ करनियां ने, उन्होंने यूज़ कर लियां, उस तो बाद जो भी वेस्टेज मटीरियल हुंदा उन्होंने आउटसाइड बाहर कड्ढण लई ਉਹਦੇ ਲਈ ਵੀ ਕੀ ਆ ਉਹਨਾਂ ਦਾ ਜਿੰਨਾ ਡਿਫਿਊਜ਼ਨ ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਉਨੀ ਈਜ਼ੀਲੀ ਉਹਨੂੰ ਕੀ ਹੈ ਐਗਜ਼ਰਟ ਕਰ ਸਕਦੇ ਨੇ ਆਊਟਸਾਈਡ ਆਫ ਦ ਸੈੱਲ। ਥਰਡ ਕੀ ਹੈ ਰੈਸਪੀਰੇਟਰੀ ਗੈਸਿਸ ਦੈਟ ਇਜ਼ ਆਕਸੀਜਨ ਇਨਟੂ ਦ ਸੈੱਲ ਐਂਡ ਕਾਰਬਨ ਡਾਈਆਕਸਾਈਡ ਆਊਟ ਆਫ ਦ ਸੈੱਲ। ਫॉर ਮੈਟਾਬੋਲਿਜ਼ਮ ਇਹਨਾਂ ਨੂੰ ਰੈਸਪੀਰੇਸ਼ਨ ਦੀ ਵੀ ਸੈੱਲਸ ਨੂੰ ਓਬਵੀਅਸ ਜੀ ਗੱਲ ਹੈ ਲੋੜ ਜ਼ਰੂਰਤ ਪਏਗੀ। ਸੋ ਇਸ ਵਜ੍ਹਾ ਕਰਕੇ ਉਹਨਾਂ ਦਾ ਰੈਸਪੀਰੇਸ਼ਨ ਪ੍ਰੋਸੈਸ ਵੀ ਉਨਾ ਹੋਰ ਈਜ਼ੀਲੀ ਹੋ ਜਾਏਗਾ ਜਿੰਨਾ ਉਹਨਾਂ ਦਾ ਸਰਫੇਸ ਏਰੀਆ ਜ਼ਿਆਦਾ ਹੋਏਗਾ। ਆਕਸੀਜਨ ਈਜ਼ੀਲੀ ਇਨਸਾਈਡ ਮੂਵ ਕਰੇਗੀ ਐਂਡ ਕਾਰਬਨ ਡਾਈਆਕਸਾਈਡ ਈਜ਼ੀਲੀ ਆਊਟਸਾਈਡ ਆਫ ਦ ਸੈੱਲ ਮੂਵ ਕਰ ਸਕਦੀ ਹੈ। ਨੈਕਸਟ ਕੀ ਹੈ ਐਨੀ ਡੈਮੇਜ ਟੂ ਦ ਸੈੱਲ ਕੈਨ ਬੀ ਈਜ਼ੀਲੀ ਰਿਪੇਅਰਡ। ਕੋਈ ਵੀ ਸੈੱਲ ਦੇ ਵਿੱਚ ਕੋਈ ਵੀ ਅਗਰ ਡੈਮੇਜ ਹੋ ਜਾਏ, ਕੋਈ ਵੀ ਵੀਅਰ ਐਂਡ ਟੀਅਰ ਦੇ ਪ੍ਰੋਸੈਸ ਦੇ ਵਿੱਚ ਜਾਂ ਕੋਈ ਇੰਜਰੀ ਹੋ ਜਾਏ ਤਾਂ ਕੀ ਆ ਸੈੱਲਸ ਈਜ਼ੀਲੀ ਰਿਪੇਅਰ ਹੋ ਸਕਦੇ ਅਗਰ ਉਹਨਾਂ ਦਾ ਸਰਫੇਸ ਏਰੀਆ ਜ਼ਿਆਦਾ ਹੋਏਗਾ। ਨੈਕਸਟ ਟੌਪਿਕ ਸਾਡਾ 2.6 ਸੈੱਲ ਸ਼ੇਪਸ। ਸੈੱਲ ਸ਼ੇਪਸ ਦੇ ਵਿੱਚ ਕੀ ਮੇਨ ਇਹੀ ਚੀਜ਼ ਉਹਨਾਂ ਨੇ ਡਿਸਕ੍ਰਾਈਬ ਕਰੀ ਹੈ ਕਿ ਹਰੇਕ ਸੈੱਲ ਹਰੇਕ ਟਾਈਪ ਡਿਫਰੈਂਟ ਟਾਈਪਸ ਆਫ ਸੈੱਲ ਹੈਵ ਡਿਫਰੈਂਟ ਸ਼ੇਪਸ। ਫਸਟ ਆਫ ਆਲ ਟੂ ਸੂਟ ਫੰਕਸ਼ਨਲ ਰਿਕੁਆਇਰਮੈਂਟ ਸੈੱਲਸ ਹੈਵ ਡਿਫਰੈਂਟ ਸ਼ੇਪਸ। ਆਪਣੇ ਆਪਣੇ ਫੰਕਸ਼ਨ ਦੇ ਅਕੋਰਡਿੰਗ ਉਹਨਾਂ ਦੀ ਫੰਕਸ਼ਨ ਦੀ ਜੋ ਰਿਕੁਆਇਰਮੈਂਟ ਹੈ ਜਿਹੜੇ ਵੀ ਸਿਸਟਮਸ 'ਚ ਨੇ ਲਾਈਕ ਸਰਕੂਲੇਟਰੀ ਸਿਸਟਮਸ ਦੇ ਅਲੱਗ ਸਿਸਟਮ ਦੇ ਅਲੱਗ ਸ਼ੇਪਸ ਨੇ ਸੈੱਲਸ ਦੀ। ਨਰਵਸ ਸਿਸਟਮ ਦੇ ਸੈੱਲਸ ਦੀ ਸ਼ੇਪ ਅਲੱਗ ਹੈ। ਇੰਟੈਗੂਮੈਂਟਰੀ ਸਿਸਟਮ ਦੇ ਸੈੱਲਸ ਦੀ ਸ਼ੇਪ ਅਲੱਗ ਹੋਏਗੀ। ਹੋਰ ਅਲੱਗ ਜਿੰਨੇ ਵੀ ਡਾਈਜੈਸਟਿਵ ਸਿਸਟਮ ਦੇ ਸੈੱਲਸ ਨੇ ਉਹਨਾਂ ਦੀ ਅਲੱਗ ਸ਼ੇਪ ਹੋਏਗੀ। ਫਸਟ ਆਫ ਆਲ ਅਸੀਂ ਕਰਦੇ ਹਾਂ ਸੈੱਲਸ ਵੇਰੀ ਗ੍ਰੇਟਲੀ ਇਨ ਸ਼ੇਪ। ਦੇ ਮੇ ਬੀ ਡਿਸਕ ਲਾਈਕ ਪੋਲੀਗਨਲ, ਰੈਕਟੈਂਗੂਲਰ, ਕੁਬੋਇਡ, ਥ੍ਰੈਡ ਲਾਈਕ, ਬ੍ਰਾਂਚਡ ਔਰ ਈਵਨ ਇਰਰੈਗੂਲਰ। ਇਹ ਸਾਰੀਆਂ ਸ਼ੇਪਸ ਨੇ ਸੈੱਲਸ ਦੀਆਂ। ਇਹਦੇ ਤੋਂ ਅਸੀਂ ਇਹੀ ਪਿਕਚਰ ਦੇ ਵਿੱਚੋਂ ਇਹੀ ਕਲੀਅਰ ਹੁੰਦਾ ਲਾਈਕ ਹਿਊਮਨ ਦੇ ਬਲੱਡ ਸੈੱਲਸ ਨੇ ਇਹ ਇੱਕ ਡਿਸਕ ਲਾਈਕ ਨੇ। RBCs ਜਿਹੜੇ ਡਿਸਕ ਲਾਈਕ ਨੇ, WBCs ਕੁਬੋਇਡ ਨੇ ਔਰ ਇੱਦਾਂ ਕਰਕੇ ਹੀ ਜਿਹੜੇ ਨਿਊਰੋਨਸ ਨੇ ਇਹਨਾਂ ਦੀ ਲੌਂਗੈਸਟ ਇਨ ਲੈਂਥ ਨੇ। ਥ੍ਰੈਡ ਲਾਈਕ ਵੀ ਨੇ ਕੁਛ ਸੈੱਲਸ ਅਮੀਬੋਇਡ ਨੇ, ਸਿਊਡੋਪੋਡੀਅਲ ਮੂਵਮੈਂਟਸ ਹੁੰਦੀਆਂ ਨੇ। ਅਲੱਗ-ਅਲੱਗ ਵੇ ਦੇ ਨਾਲ ਅਲੱਗ-ਅਲੱਗ ਇਹਨਾਂ ਦੀਆਂ ਸ਼ੇਪਸ ਨੇ ਇਹਨਾਂ ਦੇ ਅਲੱਗ-ਅਲੱਗ ਫੰਕਸ਼ਨਸ ਨੂੰ ਰਿਪਰੈਜ਼ੈਂਟ ਕਰਨ ਲਈ। These shapes of cells are often related to different functions they perform. First of all, human RBCs are circular and biconcave. Biconcave nature ਦੇ ਨੇ ਇਹ shape ਦੇ ਨੇ and to pass through narrow capillaries and transport oxygen ਕਿਉਂਕਿ ਇਹਨਾਂ ਨੇ oxygen ਨੂੰ transport ਕਰਨਾ ਹੁੰਦਾ ਹੈ blood ਤੱਕ। ਸੋ ਇਸ ਕਰਕੇ ਇਹਨਾਂ ਨੇ ਬਹੁਤ ਸਾਰੀਆਂ ਥਿਨ ਕੈਪਲਰੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੀ ਪਾਸ ਔਨ ਕਰਨਾ ਹੁੰਦਾ ਹੈ। ਇਸ ਕਰਕੇ ਇਹਨਾਂ ਦੀ ਕੀ ਹੈ ਸ਼ੇਪ ਬਾਈਕਨਕੇਵ ਹੈ, ਸਰਕੂਲਰ ਹੈ, ਬਹੁਤ ਸਮੌਲ ਹੁੰਦੇ ਨੇ। ਐਂਡ ਨੈਕਸਟ ਕੀ ਹੈ ਵਾਈਟ ਬਲੱਡ ਸੈੱਲਸ। ਜਿਹੜੇ WBCs ਨੇ ਅਮੀਬੋਇਡ ਹੁੰਦੇ ਨੇ, ਅਮੀਬਾ ਲਾਈਕ ਸੂਡੋਪੋਡੀਅਲ ਮੂਵਮੈਂਟ ਕਰਦੇ ਨੇ ਜਿਹੜੇ ਕਿ ਇਹਨਾਂ ਦਾ ਇਹ ਸ਼ੇਪ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਸਕੂਈਜ਼ ਹੋਣਾ ਹੁੰਦਾ ਹੈ ਕੈਪਲਰੀ ਵਾਲ ਦੇ ਵਿੱਚੋਂ।
ਨੈਕਸਟ ਕੀ ਹੈ ਨਰਵ ਸੈਲਸ ਆਰ ਲੌਂਗ ਟੂ ਕੰਡਕਟ ਇੰਪਲਸਿਸ, ਆਲਰੇਡੀ ਅਸੀਂ ਸਟੱਡੀ ਕਰ ਚੁੱਕੇ ਹਾਂ ਟੋਪਿਕ। ਨਰਵ ਸੈਲਸ ਕੀ ਆ ਲੌਂਗੈਸਟ ਸੈਲਸ ਆਫ ਦ ਬॉडी ਨੇ, ਬਿਕॉज they have to conduct the impulses to the distant parts of the body from brain and vice versa। ਇਹਨਾਂ ਨੇ ਕੀ ਆ ਬ੍ਰੇਨ ਤੋਂ ਸਿਗਨਲਸ ਲੈ ਕੇ ਆਣੇ ਹੁੰਦੇ ਨੇ ਬॉडी ਦੇ ਸਾਰੇ ਪਾਰਟਸ ਤੱਕ, ਐਂਡ ਬॉडी ਦੇ ਪਾਰਟਸ ਤੋਂ ਸਾਰੇ ਸਿਗਨਲਸ ਲੈ ਕੇ ਜਾਣੇ ਹੁੰਦੇ ਨੇ ਬ੍ਰੇਨ ਤੱਕ। ਸੋ ਇਸ ਕਰਕੇ ਇਹ ਕੀ ਆ ਲੈਂਥ ਦੇ ਵਿੱਚ ਬਹੁਤ ਜ਼ਿਆਦਾ ਲੌਂਗ ਹੁੰਦੇ ਨੇ। ਨੈਕਸਟ ਮਸਲ ਸੈਲਸ ਲੌਂਗ ਵੀ ਹੁੰਦੇ ਨੇ ਤੇ ਕੰਟਰੈਕਟਾਈਲ ਵੀ ਹੁੰਦੇ ਨੇ। ਇਹਨਾਂ ਦੇ ਵਿੱਚ ਇੱਕ ਸਪੈਸ਼ਲ ਕੁਆਲਿਟੀ ਹੁੰਦੀ ਹੈ ਕੰਟਰੈਕਟਾਈਲ, ਕਿਉਂਕਿ ਮਸਲਸ ਨੇ ਕੰਟਰੈਕਟ ਵੀ ਹੋਣਾ ਹੁੰਦਾ, ਰਿਲੈਕਸੇਸ਼ਨ ਵੀ ਹੋਣੀ ਹੁੰਦੀ ਹੈ। ਸੋ ਇਸ ਕਰਕੇ ਕੰਟਰੈਕਟ ਹੁੰਦੇ ਨੇ ਟੂ ਪੁੱਲ ਐਂਡ ਸਕੁਈਜ਼ ਦਾ ਪਾਰਟ। ਨੈਕਸਟ ਕੀ ਹੈ ਗਾਰਡ ਸੈਲਸ ਆਫ ਸਟੋਮੈਟਲ ਪੋਰਸ ਇਨ ਦ ਲੀਵਸ ਆਰ ਬੀਂਗ ਸ਼ੇਪਡ ਟੂ ਓਪਨ ਐਂਡ ਕਲੋਜ਼ ਦਾ ਪੋਰਸ। ਜਿਵੇਂ ਕਿ ਸਾਡੇ ਸਟੋਮੈਟਸ ਦੇ ਵਿੱਚ ਆਪਾਂ ਦੇਖੇ ਨੇ ਪੋਰਸ ਹੁੰਦੇ ਨੇ, ਪੋਰਸ ਓਪਨ ਵੀ ਹੁੰਦੇ ਨੇ ਕਲੋਜ਼ ਵੀ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਗਾਰਡ ਸੈਲਸ ਨੇ ਇਹਨਾਂ ਦੀ ਸ਼ੇਪ ਬਹੁਤ ਅਲੱਗ ਹੁੰਦੀ ਹੈ ਲੀਵਸ ਦੇ ਵਿੱਚ। ਸਟਰਕਚਰ ਆਫ ਅ ਸੈਲ, very important topic, 2.7 topic number structure of a cell। various kinds of cells show special differences। बहुत सारे cells ने ਜਿਹੜੇ ਅਲੱਗ-ਅਲੱਗ ਟਾਈਪ ਦੇ ਔਰ ਅਲੱਗ-ਅਲੱਗ ਉਹਨਾਂ ਦੇ ਵਿੱਚ differences ਹੁੰਦੇ ਨੇ, yet they all show some basic and structural plan which may be expressed in the term of generalized cell। ਜਿਹੜੇ ਕੀ ਆ ਇੱਕ ਸਟਰਕਚਰਲ ਪਲਾਨ ਦੇ ਵੇ ਦੇ ਵਿੱਚ ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ। ਇਹਨਾਂ ਦੇ ਆਪਣੀ ਅਨਾਟਮੀ ਹੁੰਦੀ ਹੈ। ਅਨਾਟਮੀ ਮੀਨਸ ਇਹਨਾਂ ਦੀ ਲੁੱਕ, ਇਹਨਾਂ ਦਾ ਸਾਈਜ਼, ਇਹਨਾਂ ਦੇ ਜੋ ਵੀ ਇਹਨਾਂ ਦੀ ਕਿਸੇ ਦੀ ਇਮੇਜ ਨੂੰ ਸਟੱਡੀ ਕਰਨ ਲਈ ਅਨਾਟਮੀ ਬੋਲਦੇ ਆ, ਐਂਡ ਉਹਨਾਂ ਦੀ ਫੰਕਸ਼ਨਲ ਸਟਰਕਚਰ ਨੂੰ ਸਟੱਡੀ ਕਰਨ ਲਈ ਉਹਨੂੰ ਫਿਜ਼ੀਓਲੋਜੀ ਬੋਲਦੇ ਆ। ਸੋ ਇਹਨਾਂ ਦੀ ਅਲੱਗ-ਅਲੱਗ ਅਨਾਟਮੀ ਹੈ, ਅਲੱਗ-ਅਲੱਗ ਫਿਜ਼ੀਓਲੋਜੀ ਹੈ। ਸੋ ਇਸ ਕਰਕੇ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਜਨਰਲਾਈਜ਼ਡ ਸੈੱਲ। ਹੁਣ ਅਸੀਂ ਜਨਰਲਾਈਜ਼ਡ ਸੈੱਲ ਦੇ ਬਾਰੇ, ਇੱਕ ਨੋਰਮਲ ਸੈੱਲ ਦੇ ਬਾਰੇ ਸਟੱਡੀ ਕਰਾਂਗੇ। First of all, a generalized cell consists of 3 main parts। ਇਹਦੇ 3 ਮੇਨ ਪਾਰਟਸ ਹੁੰਦੇ ਨੇ। ਕੋਈ ਵੀ ਜਨਰਲਾਈਜ਼ਡ, ਕੋਈ ਵੀ ਨੋਰਮਲ ਸੈੱਲ ਹੈ, ਹਰੇਕ ਸੈੱਲ ਦੇ ਵਿੱਚ ਇਹ ਤਿੰਨੋਂ ਪਾਰਟਸ ਤਾਂ ਹੋਣਗੇ ਹੀ ਹੋਣਗੇ essential। ਫਸਟ ਆਫ ਆਲ ਦੈਟ ਇਜ਼ ਸੈੱਲ ਮੈਂਬਰੇਨ, ਜਿਹਨੂੰ ਅਸੀਂ ਪਲਾਜ਼ਮਾ ਮੈਂਬਰੇਨ ਵੀ ਬੋਲਦੇ ਹਾਂ। ਆਊਟਸਾਈਡ ਆਫ ਦ ਸੈੱਲ ਹੁੰਦੀ ਹੈ, ਜਿਹਨੇ ਸਾਰੇ ਸੈੱਲ ਨੂੰ ਇਨਕਲੋਜ਼ ਕਰਕੇ ਰੱਖਿਆ ਹੁੰਦਾ ਹੈ। ਉਹਦੇ ਅੰਦਰ ਨਿਊਕਲੀਅਸ ਹੋਏਗਾ, ਜਿਹਦੇ ਵਿੱਚ ਸਾਡਾ ਸਾਰਾ ਜੈਨੇਟਿਕ ਮਟੀਰੀਅਲ ਹੋਏਗਾ। ਸਾਈਟੋਪਲਾਜ਼ਮ ਹੋਏਗਾ, ਇੱਕ ਲਿਕੁਇਡ ਪਾਰਟ ਹੁੰਦਾ ਸਾਈਟੋਪਲਾਜ਼ਮ, ਜਿਹਦੇ ਵਿੱਚ ਸਾਰੀਆਂ ਸੈੱਲ ਔਰਗੇਨੈਲਿਜ਼ ਹੁੰਦੀਆਂ ਨੇ। ਸੈੱਲ ਔਰਗੇਨੈਲਿਜ਼ ਮੀਨਸ ਸੈੱਲ ਦੇ ਅੰਦਰ ਜਿੰਨੀਆਂ ਵੀ ਸਟਰਕਚਰਸ ਨੇ, ਸੈੱਲਸ ਦੇ ਔਰਗਨਸ ਨੇ, ਛੋਟੇ ਛੋਟੇ ਲਿਟਲ ਔਰਗਨਸ ਨੇ, ਉਹਨਾਂ ਨੂੰ ਸੈੱਲ ਔਰਗੇਨੈਲਿਜ਼ ਬੋਲਦੇ ਆ। 2.6 figure 2.6 shows the structure of a generalized animal cell or a generalized plant cell as seen under the compound microscope। 2.6 structure ਇਹ ਰਹੀ। ਇਹਦੇ ਵਿੱਚ ਕੀ ਹੈ, ਇਹ ਜੋ ਬਾਹਰ ਬਲੈਕ ਕਲਰ ਦੀ ਕਵਰਿੰਗ ਦਿਖ ਰਹੀ ਹੈ, ਇਹ ਹੈ ਪਲਾਜ਼ਮਾ ਮੈਂਬਰੇਨ। ਆ ਜੋ ਯੈਲੋ ਪੋਰਸ਼ਨ ਸਾਰਾ ਦਿਖ ਰਿਹਾ ਹੈ, ਯੈਲੋ ਲਿਕੁਇਡ ਲਾਈਕ ਮਟੀਰੀਅਲ, ਇਹ ਹੈ ਸਾਡਾ ਸਾਈਟੋਪਲਾਜ਼ਮ। ਔਰ ਇੱਕ ਆ ਜੋ ਵਿੱਚ ਬਲੈਕ ਮਟੀਰੀਅਲ ਹੈ, ਇਹਦੇ ਵਿੱਚ ਕੀ ਹੈ, ਇਹ ਸਾਰਾ ਨਿਊਕਲੀਅਸ। 3 ਮੇਨ ਪੋਰਸ਼ਨਸ ਨੇ। ਇਹ ਇੱਧਰ ਹੈ ਪਲਾਂਟ ਸੈੱਲ। ਇਹ ਇਹਦੇ ਤੋਂ ਕਿਉਂ ਇਹਨਾਂ ਦੋਨਾਂ ਦੇ ਵਿੱਚ ਇੱਕ ਮੇਨ ਡਿਫਰੈਂਸ ਹੈ, ਪਲਾਂਟ ਸੈੱਲ ਦੇ ਅੰਦਰ ਸੈੱਲ ਵਾਲ ਹੁੰਦੀ ਹੈ ਸਾਰੇ ਐਡਜੈਸੈਂਟ ਸੈੱਲਸ ਦੇ ਨਾਲ, ਔਰ ਐਨੀਮਲ ਸੈੱਲਸ ਦੇ ਵਿੱਚ ਸੈੱਲ ਵਾਲ ਨਹੀਂ ਹੁੰਦੀ, ਐਬਸੈਂਟ ਹੁੰਦੀ ਹੈ। ਨੈਕਸਟ ਆਪਾਂ ਸਟੱਡੀ ਕਰਦੇ ਹਾਂ ਸੈੱਲ ਔਰਗੇਨੈਲਿਸ। ਮੋਸਟ ਪਾਰਟ ਆਫ ਦ ਸੈੱਲ ਹੈਵ ਅ ਡੈਫੀਨੇਟ ਸ਼ੇਪ, ਡੈਫੀਨੇਟ ਸਟਰਕਚਰ, ਡੈਫੀਨੇਟ ਫੰਕਸ਼ਨ। ਬਹੁਤ ਸਾਰੇ ਸੈੱਲਸ ਦੇ ਪਾਰਟ ਨੇ। ਸੈੱਲ ਔਰਗੇਨੈਲਿਸ ਨੂੰ ਹੀ ਸੈੱਲ ਪਾਰਟਸ ਬੋਲਦੇ ਨੇ, ਲਿਟਲ ਔਰਗਨਸ ਵੀ ਬੋਲ ਸਕਦੇ ਹਾਂ। ਜਿਹੜੇ ਜਿਵੇਂ ਸਾਡੀ ਬੋਡੀ ਦੇ ਅੰਦਰ ਬਹੁਤ ਸਾਰੇ ਔਰਗਨਸ ਨੇ, ਆਰਮਸ, ਲੈਗਸ, ਫਿੰਗਰਸ, ਟੋਜ਼, ਬ੍ਰੇਨ, ਹਾਰਟ, ਇਵੇਂ ਸੇਮ ਵੇ ਦੇ ਵਿੱਚ ਸੈੱਲਸ ਦੇ ਅੰਦਰ ਵੀ ਔਰਗਨਸ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਸੈੱਲ ਔਰਗੇਨੈਲਿਸ ਬੋਲਦੇ ਹਾਂ। ਇਹਨਾਂ ਦੇ ਕੀ ਹੈ, ਇੱਕ ਆਪਣਾ ਡੈਫੀਨੇਟ, ਬਹੁਤ ਸਾਰੇ ਸੈੱਲ ਔਰਗੇਨੈਲਿਸ ਇਹੋ ਜਿਹੇ ਨੇ ਜਿਨ੍ਹਾਂ ਦਾ ਇੱਕ ਡੈਫੀਨੇਟ ਸ਼ੇਪ ਹੋਏਗੀ, ਡੈਫੀਨੇਟ ਇੱਕ ਪ੍ਰੋਪਰ ਸਟਰਕਚਰ ਹੋਏਗੀ, ਇੱਕ ਡੈਫੀਨੇਟ ਅਲੱਗ-ਅਲੱਗ ਸਭ ਦਾ ਯੂਨੀਕ ਫੰਕਸ਼ਨ ਹੋਏਗਾ। ਇਹਨਾਂ ਨੂੰ ਸੈੱਲ ਔਰਗੇਨੈਲਿਸ ਬੋਲਦੇ। ਔਰਗੇਨੈਲਿਸ ਹੈਵ ਸੇਮ ਸਟੇਟਸ ਇਨ ਅ ਸੈੱਲ ਐਜ਼ ਦ ਔਰਗਨਸ ਹੈਵ ਇਨ ਦ ਐਂਟਾਇਰ ਬੋਡੀ ਔਰ ਐਨੀਮਲ ਔਰ ਪਲਾਂਟ ਪਰਫੋਰਮਿੰਗ ਸਪੈਸੀਫਿਕ ਫੰਕਸ਼ਨ। ਸੈੱਲ ਔਰਗੇਨੈਲਿਸ ਆਰ ਲਿਵਿੰਗ ਪਾਰਟਸ। ਸੇਮ ਵੇ ਦੇ ਵਿੱਚ ਜੋ ਮੈਂ ਦੱਸਿਆ ਕਿ ਜਿਵੇਂ ਸਾਡੀ ਬੋਡੀ ਦੇ ਅੰਦਰ ਔਰਗਨਸ ਵਰਕ ਕਰਦੇ ਨੇ, ਇਵੇਂ ਸੇਮ ਵੇ ਦੇ ਵਿੱਚ ਸੈੱਲ ਦੇ ਅੰਦਰ ਔਰਗੇਨੈਲਿਸ ਵਰਕ ਕਰਦੇ ਆ। ਸੈੱਲ ਦਾ ਜੋ ਵੀ ਵਰਕਿੰਗ ਹੁੰਦੀ ਹੈ, ਉਹ ਸਿਰਫ ਸੈੱਲ ਔਰਗੇਨੈਲਿਸ ਦੀ ਵਜ੍ਹਾ ਦੇ ਕਰਕੇ ਹੁੰਦੀ ਹੈ। ਪਹਿਲਾਂ ਅਸੀਂ ਪੜ੍ਹਦੇ ਹਾਂ ਸੈੱਲਸ ਦੇ ਪਾਰਟ। ਸੈੱਲ ਦੇ ਕੀ ਪਾਰਟਸ ਨੇ, ਲਿਵਿੰਗ ਪਾਰਟਸ ਤੇ ਨੋਨ ਲਿਵਿੰਗ ਪਾਰਟਸ। ਲਿਵਿੰਗ ਪਾਰਟਸ ਦੇ ਵਿੱਚ ਕੀ ਹੈ, ਸੈੱਲ ਮੈਂਬਰੇਨ ਆਉਂਦੀ ਹੈ, ਤੇ ਸੈੱਲ ਵਾਲ ਜਿਹੜੀ ਹੈ ਸਿਰਫ
ਪਲਾਂਟ ਸੈੱਲ 'ਚ ਹੁੰਦੀ ਹੈ। ਆਲਰੇਡੀ ਮੈਂ ਦੱਸਿਆ ਕਿ ਸਿਰਫ ਦੋ ਡਿਫਰੈਂਸਿਸ ਨੇ ਸੈੱਲ, ਐਨੀਮਲ ਸੈੱਲ ਦੇ ਅਤੇ ਪਲਾਂਟ ਸੈੱਲ ਦੇ। ਪਲਾਂਟ ਸੈੱਲ ਦੇ ਵਿੱਚ ਸੈੱਲ ਵਾਲ ਹੋਏਗੀ, ਐਨੀਮਲ ਸੈੱਲ 'ਚ ਸੈੱਲ ਵਾਲ ਨਹੀਂ ਹੋਏਗੀ। ਨੈਕਸਟ ਕੀ ਹੈ, ਪਾਰਟਸ ਹੋਰ ਜਿਹੜੇ ਨੇ ਸਾਈਟੋਪਲਾਜ਼ਮ ਦੇ ਵਿੱਚ ਲਿਵਿੰਗ ਪਾਰਟਸ ਕੀ ਹੈ, ER ਐਂਡੋਪਲਾਜ਼ਮਿਕ ਰੈਟੀਕੂਲਮ, ਮਾਈਟੋਕੌਂਡਰੀਆ ਜਿਹਨੂੰ ਅਸੀਂ ਕੀ ਪਾਵਰ ਹਾਊਸ ਆਫ ਦਾ ਸੈੱਲ ਵੀ ਬੋਲਦੇ ਹਾਂ, ਗੋਲਜੀ ਅਪਰੇਟਸ, ਰਾਈਬੋਸੋਮਸ, ਨਿਊਕਲੀਓ ਲਾਈਜ਼ੋਸੋਮਸ, ਸੈਂਟਰੋਜ਼ੋਮ, ਪਲਾਸਟਿਡਸ। ਔਰ ਇੱਧਰ ਕੀ ਹੈ, ਨॉन ਲਿਵਿੰਗ ਪਾਰਟਸ ਜਿਹੜੇ ਗ੍ਰੈਨੂਅਲਸ, ਵੈਕਿਊਲਸ ਅਤੇ ਫੈਟ ਡ੍ਰੌਪਲੇਟਸ। ਇਹਨਾਂ ਦੇ ਜਸਟ ਵੈਕਿਊਲਸ ਜਿਹੜੇ ਆ ਬਿਲਕੁਲ ਹੌਲੋ ਹੁੰਦੇ ਨੇ, ਜਿਵੇਂ ਆ ਰਿਹਾ ਹੌਲੋ ਬਿਲਕੁਲ ਖਾਲੀ ਹੋਣਗੇ। ਇਹ ਨॉन ਲਿਵਿੰਗ ਪਾਰਟਸ ਨੇ, ਇਹਨਾਂ ਦੇ ਵਿੱਚ ਸੈਂਸ ਜਾਂ ਜਾਨ ਨਹੀਂ ਹੁੰਦੀ, ਬਟ ਕੁਛ ਹੱਦ ਤੱਕ ਹੈਲਪ ਕਰਦੇ ਨੇ। ਇਨ ਨਿਊਕਲੀਅਸ ਦੇ ਅੰਦਰ ਕੀ ਨੇ ਲਿਵਿੰਗ ਮਟੀਰੀਅਲ, ਨਿਊਕਲੀਅਰ ਮੈਂਬਰੇਨ, ਨਿਊਕਲੀਓਲਾਈ ਐਂਡ ਕ੍ਰੋਮੈਟਿਨ ਫਾਈਬਰਸ। ਨਿਊਕਲੀਓਪਲਾਜ਼ਮ ਜਿਹੜਾ ਹੈ ਉਹ ਕੀ ਹੈ, ਨॉन ਲਿਵਿੰਗ। ਸਟਰਕਚਰ ਨੂੰ ਸਟੱਡੀ ਕਰਦੇ ਹਾਂ ਅੱਜ। ਇਹ ਜੋ ਹੈ ਇਹ ਨਿਊਕਲੀਅਰ ਮੈਂਬਰੇਨ ਹੈ ਬਲੈਕ ਕਲਰ ਦੀ, ਇਹਦੇ ਅੰਦਰ ਜੋ ਹੈ ਨਿਊਕਲੀਓਪਲਾਜ਼ਮ ਹੈ, ਔਰ ਜੋ ਇਹਦੇ ਅੰਦਰ ਛੋਟੀ ਜਿਹੀ ਬॉल ਹੈ ਬਲੈਕ ਕਲਰ ਦੀ ਉਹ ਹੈ ਨਿਊਕਲੀਓਲਾਈ। ਆ ਜੋ ਹੈ ਇਸ ਸੈੱਲ ਮੈਂਬਰੇਨ ਹੈ ਜਿਹਨੂੰ ਅਸੀਂ ਪਲਾਜ਼ਮਾ ਮੈਂਬਰੇਨ ਵੀ ਬੋਲਦੇ ਹਾਂ। ਆ ਸੈਂਟਰੋਜ਼ੋਮ ਹੈ, ਗੋਲਜੀ ਅਪਰੇਟਸ, ਮਾਈਟੋਕੌਂਡਰੀਆ, ਵੈਕਿਊਲਸ ਨੇ। ਇੱਧਰ ਕੀ ਹੈ, ਪਲਾਂਟ ਸੈੱਲ ਹੈ, ਐਨੀਮਲ ਵਾਲ ਸੈੱਲ ਵਾਲ। ਪਲਾਂਟ ਸੈੱਲ ਦੇ ਵਿੱਚ ਮੇਨ ਇਹਦਾ ਕੀ ਹੈ, ਡਿਫਰੈਂਸ਼ੀਏਸ਼ਨ ਪਾਰਟ ਹੈ। ਨੈਕਸਟ ਕੀ ਹੈ, ਸੈੱਲ ਮੈਂਬਰੇਨ ਐਂਡ ਸੈੱਲ ਵਾਲ। ਸੈੱਲ ਮੈਂਬਰੇਨ ਐਂਡ ਸੈੱਲ ਵਾਲ, ਈਚ ਸੈੱਲ ਇਜ਼ ਸਰਾਊਂਡਡ ਬਾਈ ਸੈੱਲ ਮੈਂਬਰੇਨ ਔਰ ਪਲਾਜ਼ਮਾ ਮੈਂਬਰੇਨ। ਹਰੇਕ ਸੈੱਲ ਕੀ ਆ, ਕਿਹਦੇ ਨਾਲ ਐਨਕਲੋਜ਼ ਕਰਿਆ ਹੁੰਦਾ ਇੱਕ ਸੈੱਲ ਮੈਂਬਰੇਨ ਨੇ, ਜਾਂ ਉਹਨੂੰ ਪਲਾਜ਼ਮਾ ਮੈਂਬਰੇਨ ਵੀ ਬੋਲ ਸਕਦੇ ਹਾਂ। ਸੈੱਲ ਮੈਂਬਰੇਨ ਹੈਜ਼ ਫਾਈਨ ਪੋਰਸ ਥਰੂ ਵਿਚ ਸਬਸਟੈਂਸਿਸ ਮੇ ਐਂਟਰ ਔਰ ਲੀਵ ਦਾ ਸੈੱਲ, ਜਿਹਦੇ ਨਾਲ ਟਰਾਂਸਪੋਰਟੇਸ਼ਨ ਹੁੰਦੀ ਹੈ ਫਰੋਮ ਵਨ ਸੈੱਲ ਟੂ ਅਨਦਰ ਸੈੱਲ। ਇਹਦੇ ਵਿੱਚ ਕੀ ਹੈ, ਸਿਰਫ ਸੈੱਲ ਮੈਂਬਰੇਨ ਦੀ ਵਜ੍ਹਾ ਕਰਕੇ ਹੁੰਦੀ ਹੈ। ਸੈੱਲ ਮੈਂਬਰੇਨ ਦੇ ਵਿੱਚ ਬਹੁਤ ਸਾਰੇ ਫਾਈਨ ਪੋਰਸ ਹੁੰਦੇ ਨੇ, ਜਿਹਦੀ ਵਜ੍ਹਾ ਕਰਕੇ ਇਨਸਾਈਡ ਅਤੇ ਆਊਟਸਾਈਡ ਮੂਵਮੈਂਟ ਹੁੰਦੀ ਰਹਿੰਦੀ ਹੈ। ਨੈਕਸਟ, ਪਰਮੀਏਬਿਲਿਟੀ ਆਫ ਸੈੱਲ ਮੈਂਬਰੇਨ ਇਜ਼ ਸਿਲੈਕਟਿਵ, ਮੀਨਸ ਇਹਦੇ ਵਿੱਚੋਂ ਕੁਛ ਸਿਲੈਕਟਿਵ ਮਟੀਰੀਅਲ ਹੀ ਪਾਸ ਔਨ ਕਰ ਸਕਦਾ, ਨੋਟ ਐਵਰੀਥਿੰਗ। ਕੁਛ ਇਹ ਨਹੀਂ ਹੈ ਕਿ ਸਭ ਕੁਛ ਜੋ ਵੀ ਹੈ ਕੁਛ ਵੀ ਅਲਾਓ ਕਰ ਸਕਦੀ ਹੈ ਮੈਂਬਰੇਨ ਟੂ ਪਾਸ ਇਨ ਔਰ ਆਊਟ ਆਫ ਦ ਸੈੱਲ। ਕੁਛ ਸਿਲੈਕਟਿਵ ਸਬਸਟਾਂਸਿਸ ਹੁੰਦੇ ਨੇ ਜੋ ਸਿਰਫ ਪਾਸ ਹੋ ਸਕਦੇ ਨੇ, ਬਾਕੀ ਰੈਸਟ ਆਫ ਸਬਸਟਾਂਸਿਸ ਪ੍ਰੀਵੈਂਟ ਅਦਰ ਸਬਸਟਾਂਸਿਸ ਟੂ ਪਾਸ ਇਨ ਔਰ ਆਊਟ ਆਫ ਦ ਸੈੱਲ। Plant cell have a cell wall surrounding the cell membrane. The cell wall is made up of cellulose non-living substance. Already ਅਸੀਂ study ਕਰਿਆ cell wall ਕੀ ਹੈ, non-living substance ਹੈ which is made up of cellulose. The cell wall gives shape and certain degree of rigidity. Plant cell ਦੇ ਵਿੱਚ ਜੋ cell wall ਹੁੰਦੀ ਹੈ, ਇੱਕ plant ਦੇ ਵਿੱਚ ਜੋ cells ਨੇ ਉਹਨੂੰ shape ਦਿੰਦੀ ਹੈ, rigidity means ਇਹਨੂੰ hard ਬਣਾਉਂਦੀ ਹੈ। plant ਦੇ ਜੋ ਲੀਵਸ ਨੇ, ਕੋਈ ਵੀ ਪਲਾਂਟ ਦਾ ਕੋਈ ਵੀ ਪਾਰਟ ਹੈ ਉਹਨੂੰ ਹਾਰਡ ਬਣਾਉਂਦੀ ਹੈ ਟੂ ਦਾ ਸੈੱਲ ਵਿਦਾਊਟ ਇੰਟਰੈਕਟਿੰਗ ਵਿਦ ਦਾ ਫੰਕਸ਼ਨਸ ਆਫ ਦਾ ਸੈੱਲ ਮੈਂਬਰੇਨ। ਸੈੱਲ ਮੈਂਬਰੇਨ ਦੇ ਫੰਕਸ਼ਨਸ ਜੋ ਵੀ ਨੇ, ਚਾਹੇ ਉਹ ਪਾਸ ਔਨ ਕਰ ਰਹੀ ਹੈ ਸਬਸਟੈਂਸਿਸ ਨੂੰ ਆਊਟਸਾਈਡ, ਚਾਹੇ ਉਹ ਇਨਸਾਈਡ ਪਾਸ ਆਊਟ ਕਰ ਰਹੀ ਹੈ, ਉਹਦੇ ਨਾਲ ਇੰਟਰੈਕਟ ਨਹੀਂ ਕਰਦੀ ਸੈੱਲ ਵਾਲ। ਵਿਦਾਊਟ ਇੰਟਰੈਕਟਿੰਗ ਵਿਦ ਦੈਟ ਇਟ ਜਸਟ ਵਰਕਸ ਫॉर ਇਟਸ ਓਨ ਪਰਪਸ। ਨੈਕਸਟ ਕੀ ਹੈ, ਸੈੱਲ ਵਾਲ ਇਜ਼ ਫ੍ਰੀਲੀ ਪਰਮੀਏਬਲ। ਸੈੱਲ ਵਾਲ ਕੀ ਹੈ, ਪ੍ਰੋਪਰਲੀ ਫ੍ਰੀਲੀ ਪਰਮੀਏਬਲ ਹੁੰਦੀ ਹੈ, ਜਿਵੇਂ ਕਿ ਸੈੱਲ ਮੈਂਬਰੇਨ ਸਿਲੈਕਟਿਵਲੀ ਪਰਮੀਏਬਲ ਹੁੰਦੀ ਹੈ, ਬਟ ਸੈੱਲ ਵਾਲ ਇਜ਼ ਫ੍ਰੀਲੀ ਪਰਮੀਏਬਲ ਮੀਨਸ ਇਹਦੇ ਵਿੱਚੋਂ ਕੁਛ ਵੀ ਪਾਸ ਔਨ ਹੋ ਸਕਦਾ ਹੈ, ਬਟ ਸੈੱਲ ਮੈਂਬਰੇਨ ਵਿੱਚੋਂ ਹਰ ਇੱਕ ਚੀਜ਼ ਪਾਸ ਔਨ ਨਹੀਂ ਹੋ ਸਕਦੀ। ਅਲਾਉਇੰਗ ਦ ਸਬਸਟੈਂਸਿਸ ਇਨ ਸੋਲਿਊਸ਼ਨ ਟੂ ਐਂਟਰ ਐਂਡ ਲੀਵ ਦ ਸੈੱਲ ਵਿਦਾਊਟ ਹਿੰਡਰੈਂਸ। ਕੋਈ ਵੀ ਇਹਦੇ ਵਿੱਚ ਕੰਡੀਸ਼ਨ ਨਹੀਂ ਹੁੰਦੀ ਕਿ ਇਹ ਸਬਸਟੈਂਸਿਸ ਪਾਸ ਹੋਣੇ ਆ ਜਾਂ ਇਹ ਨਹੀਂ, ਸੈੱਲ ਵਾਲ ਦੇ ਵਿੱਚੋਂ ਕੁਛ ਵੀ ਪਾਸ ਹੋ ਸਕਦਾ। Plant cell shown in 2.6 figure also shows the portion of cell walls of 6 surrounding cells. ਇੱਥੇ ਦੇਖਦੇ ਹਾਂ 6 surrounding cells ਦੇ ਨਾਲ, first this one, second this one, third this, fourth, fifth and sixth. cell wall ਕੀ ਹੈ, ਇੱਕ ਸੈੱਲ ਦੀ ਸਰਾਊਂਡਿੰਗ ਦੇ ਉਹਦੇ ਆਸ-ਪਾਸ ਦੇ 6 cells ਦੇ ਨਾਲ ਕਨੈਕਟਡ ਹੈ। ਨੈਕਸਟ ਕੀ ਹੈ, ਜੂਸ, ਕਾਟਨ ਐਂਡ ਕੋਕੋਨਟ ਫਾਈਬਰਸ ਆਰ ਸੈੱਲ ਵਾਲਸ ਆਫ ਡੈਡ ਸੈੱਲਸ। ਜੋ ਵੀ ਸੈੱਲਸ ਪਲਾਂਟਸ ਦੇ ਵਿੱਚ, ਟਰੀਜ਼ ਦੇ ਵਿੱਚ ਡੈਡ ਹੋ ਜਾਂਦੇ ਨੇ,
ਕਾਟਨ ਜੂਟ ਐਂਡ ਕੋਕੋਨਟ ਟਰੀਜ਼ ਦੇ ਵਿੱਚ ਇਹ ਜੋ ਇਹਨਾਂ ਦੀ ਆਊਟਕਮ ਆਉਂਦੀ ਹੈ, ਕਾਟਨ ਜਾਂ ਜੂਟ ਆਉਂਦਾ ਹੈ, ਜੂਟ ਦੇ ਥਰੈਡਸ ਆਉਂਦੇ ਨੇ, ਕਾਟਨ ਦੇ ਥਰੈਡਸ ਆਉਂਦੇ ਨੇ, ਕਾਟਨ ਬੋਲਸ ਨਿਕਲਦੀਆਂ ਨੇ ਜਾਂ ਕੋਕੋਨਟ ਫਾਈਬਰਸ ਨਿਕਲਦੇ ਨੇ। ਇਹ ਸਭ ਕੀ ਹੈ, ਸੈੱਲ ਵਾਲ ਜਦੋਂ ਡੈਡ ਹੋ ਜਾਂਦੀ ਹੈ, ਡੈਡ ਸੈਲਸ ਦੀ, ਇਹ ਸਭ ਉਹੀ ਬਣ ਕੇ ਕਾਟਨ ਜੂਟ ਐਂਡ ਕੋਕੋਨਟ ਫਾਈਬਰਸ ਨਿਕਲਦੇ ਨੇ। ਅੱਜ ਅਸੀਂ ਕਰਿਆ ਇੱਥੋਂ ਤੱਕ ਸੈੱਲ ਮੈਂਬਰੇਨ ਐਂਡ ਸੈੱਲ ਵਾਲ ਤੱਕ। ਨੈਕਸਟ ਲੈਕਚਰ ਦੇ ਵਿੱਚ ਅਸੀਂ ਸਾਈਟੋਪਲਾਜ਼ਮ ਐਂਡ ਰੈਸਟ ਆਲ ਸੈੱਲ ਔਰਗੇਨੈਲਿਸ ਕਰਾਂਗੇ। ਥੈਂਕ ਯੂ ਫॉर ਵਾਚਿੰਗ।